ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡਹੁ ਵੇਸ ਭੇਖ ਚਤੁਰਾਈ, ਦੁਬਿਧਾਇ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਰਹਾਉ ਅਵਗੁਣ ਛੋੜ ਗੁਣਾ ਕਉ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਸਰ ਅਪਸਰ ਕੀ ਸਾਰ ਨ ਜਾਣੈ, ਫਿਰ ਫਿਰ ਕੀਚ ਵਡਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਵ ਕਾਹੀ ਜੀਓ। ਨਿਰਮਲ ਨਾਮ ਜਪੋ ਸਤਿਗੁਰ ਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸਰ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਸੋ ਇਹ ਪਾਵਨ ਸ਼ਬਦ 598 ਅੰਕ 'ਤੇ ਹੈ। ਸੋਰਠ ਰਾਗਣੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਮਹੱਲਾ ਪਹਿਲਾ ਕਿਰਪਾ ਕਰ ਰਹੇ ਨੇ। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਇਸ ਸੰਸਾਰ ਦੇ ਵਿੱਚ ਆਪਾਂ ਅੰਮ੍ਰਿਤ ਦੀ ਭਾਲ ਵਾਸਤੇ ਆਏ ਹਾਂ। ਜਲ ਨਿਧ ਅੰਮ੍ਰਿਤ, ਕਿਉਂਕਿ ਤ੍ਰਿਸ਼ਨਾ ਦੀ ਅੱਗ ਲਟਾਲਟ ਬਲਦੀ ਹੈ, ਵਿਕਾਰਾਂ ਦੀ ਤਪਸ਼ ਬਹੁਤ ਜ਼ਿਆਦਾ ਹੈ। ਸੋ ਜਿੰਨਾ ਚਿਕਰ ਸਾਨੂੰ ਅੰਮ੍ਰਿਤ ਨਹੀਂ ਮਿਲਦਾ, ਉਹਨਾਂ ਚਿਕਰ ਇਹ ਵਿਕਾਰਾਂ ਦੀ ਅੱਗ ਜਿਹੜੀ ਹੈ ਬੁਝਣੀ ਨਹੀਂ, ਤ੍ਰਿਸ਼ਨਾ ਖਤਮ ਨਹੀਂ ਹੋਵੇਗੀ। ਸੋ ਜਿੰਨਾ ਚਿਕਰ ਤ੍ਰਿਸ਼ਨਾ ਨਹੀਂ ਖਤਮ ਹੁੰਦੀ, ਵਿਕਾਰਾਂ ਤੋਂ ਰਹਿਤ ਜੀਵਨ ਨਹੀਂ ਹੁੰਦਾ, ਅਤੇ ਆਪਣੇ ਨਿੱਜ ਘਰ ਵਿੱਚ ਵਸੇਰਾ ਨਹੀਂ ਹੋ ਸਕਦਾ। ਅੰਮ੍ਰਿਤ ਦੀ ਭਾਲ ਵਾਸਤੇ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ। ਮਹਾਰਾਜ ਕਹਿੰਦੇ ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਗੁਰੂ ਦੇ ਕੋਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਸੋਂ ਅੰਮ੍ਰਿਤ ਪ੍ਰਾਪਤ ਹੁੰਦਾ। ਪ੍ਰਤੱਖ ਰੂਪ ਦੇ ਵਿੱਚ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਕੀਤਾ ਜਾ ਸਕਦਾ ਹੈ। ਛੋਡਹੁ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਕਹਿੰਦੇ ਝੂਠਾ ਜਿਹੜਾ ਵੇਸ਼ ਹੈ, ਭੇਖ ਧਾਰ ਕਰ ਲੈਣਾ, ਝੂਠਾ ਭੇਖ ਧਾਰਨ ਕਰਨਾ। ਹੁਣ ਇਹ ਥੋੜ੍ਹੀ ਵੀ ਹਾਂ ਜੇ ਅੰਮ੍ਰਿਤ ਛਕ ਲਿਆ ਅਤੇ ਸੋ ਇਹਦਾ ਪਾਰ ਉਤਾਰਾ ਹੋ ਗਿਆ। ਜੇ ਇਕੱਲਾ ਭੇਖ ਹੀ ਰੱਖਿਆ, ਭੇਖ ਨਹੀਂ ਰੱਖਣਾ ਕਹਿੰਦੇ। ਸੋ ਤਨ ਮਨ ਕਰਕੇ ਫਿਰ ਸਿੱਖੀ ਨੂੰ ਨਿਭਾਉਣਾ। ਇਹ ਨਾ ਹੋਵੇ ਮਨ ਹੋਰ ਮੁੱਖ ਹੋਰ, ਬਾਣੇ ਨੂੰ ਵੀ ਲਾਜ ਲਾ ਦੇਵੇ। ਭੇਖ ਨਹੀਂ ਮਾਰਨ ਨੂੰ ਚੰਗਾ ਲੱਗਦਾ। ਕਹਿੰਦੇ ਇਹ ਭੇਖ ਦਾ ਤਿਆਗ ਕਰ। ਸੋ ਛੋਡਹੁ ਵੇਸ ਭੇਖ ਚਤੁਰਾਈ, ਉਸ ਸਿਆਣਪ ਬੰਦਾ ਚਤਰਾਈਆਂ ਕਰਦਾ।
ਵੀ ਜੇ ਹੁਣ ਮਨ ਦੀ ਗੱਲ ਛਪਾਉਣੀ, ਚਤਰਾਈ ਤਾਂ ਕਰਨੀ ਪੈਣੀ ਹੈ। ਜੋ ਮਨ ਵਿੱਚ ਹੈ ਉਹਨੂੰ ਛਪਾਉਣਾ, ਬਾਹਰਲਾ ਭੇਖ ਰੱਖਣਾ ਗੁਰੂ ਵਾਲਾ। ਅਤੇ ਮਨ ਵਿੱਚ ਮਾੜੇ ਵਿਚਾਰ ਨੇ, ਕਿਸੇ ਦਾ ਮਾੜਾ ਕਰਨਾ, ਮਾੜਾ ਸੋਚਿਆ ਹੋਇਆ, ਉਹ ਚਤਰਾਈ ਦੇ ਨਾਲ ਛਪਾਉਂਦਾ। ਫਿਰ ਮਾੜਾ ਕਰਕੇ ਚਤਰਾਈ ਦੇ ਨਾਲ ਸੱਚਾ ਹੁੰਦਾ ਵੀ ਨਹੀਂ ਮੈਂ ਨਹੀਂ ਕੀਤਾ ਜੀ, ਉਹ ਚਤਰਾਈਆਂ ਕਰਦਾ। ਫਿਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਜੇ ਚਤਰਾਈਆਂ ਕਰੇਗਾ, ਨਿਰਾ ਭੇਖ ਧਾਰਨ ਕਰੇਗਾ, ਦੁਬਿਧਾ 'ਚ ਆਪ ਵੀ ਰਹੇਗਾ, ਦੂਜਿਆਂ ਨੂੰ ਵੀ ਦੁਬਿਧਾ ਵਿੱਚ ਪਾਵੇਂਗਾ। ਹੁਣ ਜਿਨ੍ਹਾਂ ਦਾ ਜੀਵਨ ਨਹੀਂ ਹੁੰਦਾ, ਅੰਮ੍ਰਿਤ ਛਕ ਲੈਂਦੇ ਨੇ, ਜੀਵਨ ਹੈ ਨਹੀਂ, ਅਤੇ ਬਾਕੀ ਦੇ ਵੀ ਦੁਬਿਧਾ 'ਚ ਪੈ ਜਾਂਦੇ। ਕਿਹੜਾ ਅੰਮ੍ਰਿਤ ਵਾਲੇ ਸਾਰੇ ਇੱਦਾਂ ਦੇ ਹੁੰਦੇ ਖਰੇ, ਦੁਬਿਧਾ 'ਚ ਪੈ ਗਏ ਨੇ, ਅੰਮ੍ਰਿਤ ਛਕਦੇ ਹੀ ਨਹੀਂ। ਕਹਿੰਦੇ ਇਹ ਤਾਂ ਇੱਦਾਂ ਹੀ ਠੀਕ ਹੈ, ਦੁਬਿਧਾ 'ਚ ਪੈ ਗਿਆ। ਮਹਾਰਾਜ ਕਹਿੰਦੇ ਦੇਖ ਆਪ ਵੀ ਦੁਬਿਧਾ 'ਚ ਪਿਆ, ਦੂਜਿਆਂ ਨੂੰ ਦੁਬਿਧਾ 'ਚ ਪਾਇਆ। ਜਿਹੜਾ ਦੁਬਿਧਾ 'ਚ ਪੈ ਗਿਆ ਨਾ, ਜਾਂ ਦੁਬਿਧਾ ਵਿੱਚ ਪਾਉਂਦਾ, ਉਹਨੂੰ ਨਹੀਂ ਫਲ ਪ੍ਰਾਪਤ ਹੋ ਸਕਦਾ, ਉਹਨੂੰ ਗਿਆਨ ਦਾ ਫਲ ਨਹੀਂ ਪ੍ਰਾਪਤ ਹੋ ਸਕਦਾ। ਜਿਹੜਾ ਫਲ ਪ੍ਰਾਪਤ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਸਾਨੂੰ, ਤਦੇ ਕਹਿੰਦੇ ਸਫਲ ਭਈ ਸਫਲ ਯਾਤਰਾ, ਫਲ ਦੇ ਸਹਿਤ ਫਲ ਪ੍ਰਾਪਤ ਹੋ ਗਿਆ। ਫਲ ਪ੍ਰਾਪਤ ਹੋ ਜਾਣਾ, ਫਲ ਦੀ ਪ੍ਰਾਪਤੀ। ਅਤੇ ਜੇ ਭੇਖ ਆ ਅਤੇ ਚਤਰਾਈਆਂ, ਫਿਰ ਫਲ ਦੀ ਪ੍ਰਾਪਤ ਨਹੀਂ, ਫਿਰ ਬ੍ਰਹਮ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਮਨ ਰੇ ਥਿਰ ਰਹਿ ਮਤ ਕਤ ਜਾਹੀ ਜੀਓ। ਅਸੀਂ ਆਪਣੇ ਮਨ ਨੂੰ ਟਿਕਾਉਣਾ ਆ, ਕਿਉਂਕਿ ਇਹ ਭੱਜਦਾ ਫਿਰਦਾ, ਦੌੜਦਾ ਫਿਰਦਾ। ਮਨ ਨੂੰ ਇਹ ਕਹਿਣਾ ਮਨਾ ਵੀ ਕਿਸੇ ਪਾਸੇ ਨਹੀਂ ਜਾਣਾ, ਟਿਕ ਜਾ ਇੱਥੇ। ਮਨ ਰੇ ਥਿਰ ਰਹੋ, ਟਿਕਾ ਕਰ। ਮਤ ਕਤ ਜਾਹੀ ਜੋ, ਐਵੇਂ ਨਹੀਂ ਇੱਧਰ ਉੱਧਰ ਭੱਜਣਾ। ਹੁਣ ਗੁਰੂ ਦੇ ਲੜ ਲੱਗ ਗਿਆ ਨਾ, ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਸਭ ਤੋਂ ਵੱਡਾ ਦਰ ਹੈ ਗੁਰੂ ਦਾ, ਇਹ ਦਰ ਸਭ ਤੋਂ ਉੱਚਾ, ਸਭ ਤੋਂ ਵੱਡਾ। ਫਿਰ ਗੁਰੂ ਕੋਲੋਂ ਦਾਤਾਂ ਸਾਰੀਆਂ ਮਿਲ ਜਾਂਦੀਆਂ, ਲੋਕ ਪਰਲੋਕ ਦੀਆਂ, ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਮਨ ਆਪਣਾ ਟਿਕਾ ਬਣਾ, ਥਿਰ ਰਹਿ। ਬਾਣੀ ਪਿਆਰ ਦੇ ਨਾਲ ਪੜ੍ਹੋ, ਸੁਣੋ, ਵਿਚਾਰੋ, ਮਨ ਟਿਕ ਜਾਂਦਾ। ਜੇ ਖਾਨਾ ਪੂਰਤੀ ਕਰਦੇ ਹਾਂ ਫਿਰ ਮਨ ਫਿਰ ਨਹੀਂ ਟਿਕਦਾ, ਫਿਰ ਨਹੀਂ ਟਿਕੇਗਾ ਜੀ। ਮਨਾ ਟਿਕ ਕੇ ਬੈਠ, ਐਵੇਂ ਇੱਧਰ ਉੱਧਰ ਨਾ ਭੱਜ। ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਇਹ ਜਿਹੜਾ ਅੰਮ੍ਰਿਤ ਹੈ ਨਾ, ਬਾਹਰੋਂ ਨਹੀਂ ਲੱਭਣਾ। ਜੇ ਤੂੰ ਅੰਮ੍ਰਿਤ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰੇਗਾ, ਦੁੱਖ ਪਾਵੇਂਗਾ। ਕਿਸੇ ਤੀਰਥ ਤੋਂ ਨਹੀਂ ਮਿਲਣਾ, ਕਿਸੇ ਪਹਾੜ 'ਚੋਂ ਨਹੀਂ ਮਿਲਣਾ, ਕਿਸੇ ਗੁਫਾ 'ਚ ਨਹੀਂ ਮਿਲਣਾ, ਕਿਸੇ ਸਮੁੰਦਰ 'ਚੋਂ ਨਹੀਂ ਮਿਲਣਾ। ਐਵੇਂ ਤੇਰੇ ਮਨ 'ਚ ਆ ਜਾਵੇ ਦੇਵਤੇ ਦੈਂਤਾਂ ਨੇ ਸਮੁੰਦਰ ਰੜਕਿਆ ਅਤੇ ਅੰਮ੍ਰਿਤ ਦਾ ਘੜਾ ਕੱਢ ਲਿਆ ਸੀ, ਮੈਂ ਵੀ ਜਾਣਾ ਦੇਖ ਲੈਂਦਾ, ਨਹੀਂ ਮਿਲਦਾ। ਕਹਿੰਦੇ ਇਹ ਅੰਮ੍ਰਿਤ ਜਿਹੜਾ ਆ, ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਿਲਣਾ ਤੈਨੂੰ ਆਪਣੇ ਘਟ ਦੇ ਵਿੱਚੋਂ, ਘਰ ਹਿਰਦੇ ਘਰ 'ਚੋਂ ਅੰਮ੍ਰਿਤ ਪ੍ਰਾਪਤ ਹੋਣਾ। ਪਰ ਮਿਲਦਾ ਉਹਨੂੰ ਹੈ ਜਿਹੜਾ ਟਿਕ ਕੇ ਬੈਠਦਾ। ਜਦੋਂ ਮਨ ਦਾ ਟਿਕਾਅ ਬਣ ਜਾਂਦਾ ਹੈ ਨਾ, ਇਹੀ ਗੁਰਬਾਣੀ 'ਚ ਅੰਮ੍ਰਿਤ ਆ ਜਾਂਦਾ ਜੀ। ਸੋ ਇਹੋ ਹੀ ਗੁਰਬਾਣੀ ਹੈ। ਜਿੱਦਾਂ ਦੁੱਧ ਦੇ ਵਿੱਚ ਘੇ ਤਾਂ ਹੈ, ਪਰ ਕੱਢਣਾ ਪੈਂਦਾ, ਦਿਖਦਾ ਨਹੀਂ ਹੈ ਘੇ ਹੈ। ਇਸੇ ਤਰ੍ਹਾਂ ਗੁਰਬਾਣੀ 'ਚ ਅੰਮ੍ਰਿਤ ਹੈ, ਕੱਢਣਾ ਪੈਣਾ। ਕਿੱਦਾਂ ਕੱਢਣਾ? ਕਹਿੰਦੇ ਵਿਚਾਰ ਦੇ ਨਾਲ। ਵਿਚਾਰ ਕਿੱਦਾਂ ਹੋਣੀ? ਸਤ ਸੰਤੋਖ ਦੇ ਨਾਲ। ਜੇ ਸਤ ਸੰਤੋਖ ਹੈ ਫਿਰ ਬਾਣੀ ਦੀ ਵਿਚਾਰ ਹੋਵੇਗੀ, ਫਿਰ ਅੰਮ੍ਰਿਤ ਤਾਈਂ ਪਹੁੰਚਾਂਗੇ। ਜੇ ਸਤ ਸੰਤੋਖ ਹੈ ਹੀ ਨਹੀਂ, ਫਿਰ ਬਾਣੀ ਦੀ ਵਿਚਾਰ ਕਿੱਥੋਂ ਹੋ ਜਾਊ? ਬਾਣੀ ਦੀ ਵਿਚਾਰ ਵਾਸਤੇ ਸਤ ਸੰਤੋਖ ਦਾ ਹੋਣਾ ਬੜਾ ਜ਼ਰੂਰੀ ਹੈ। ਕਿਤੇ ਨਹੀਂ ਜਾਣ ਦੀ ਲੋੜ। ਪਾਤਸ਼ਾਹ ਕਹਿੰਦੇ ਇਸ ਗੁਰਬਾਣੀ ਦੁਆਰਾ ਆਪਣੇ ਹਿਰਦੇ ਘਰ 'ਚ ਅੰਮ੍ਰਿਤ ਤਾਈਂ ਪਹੁੰਚ ਪਾਈ, ਅੰਦਰੋਂ ਪ੍ਰਾਪਤ ਕਰ ਲਾ ਅੰਮ੍ਰਿਤ। ਰਹਾਉ ਅਵਗੁਣ ਛੋੜ ਗੁਣਾ ਕਉ ਧਾਵਹੁ, ਕਰ ਅਵਗੁਣ ਪਛੁਤਾਹੀ ਜੀਓ। ਸੋ ਅਵਗੁਣਾਂ ਨੂੰ ਛੱਡ ਦੇ, ਮਾੜਾ ਛੱਡ ਦੇ, ਅਤੇ ਚੰਗੇ ਕੰਮ ਨੂੰ ਭੱਜ ਕੇ ਪੈ। ਐਵੇਂ ਨਾ ਦੁਚਿੱਤੀ 'ਚ ਨਾ ਰਹਿ ਉਸ ਵੇਲੇ। ਜਿਹੜਾ ਕੰਮ ਚੰਗਾ ਆ ਉਹ ਉਦਮ ਦੇ ਨਾਲ ਕਰ। ਸਾਡਾ ਕੀ ਕੰਮ ਹੈ? ਸੰਸਾਰ ਦੇ ਲੋਕ ਨਾਮ ਕੀ ਵੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਊਠ ਖਲੋਇਆ। ਜਿਹੜਾ ਤਾਂ ਮਾੜਾ ਕੰਮ ਹੁੰਦਾ ਉਹ ਬੜੇ ਧਿਆਨ ਦੇ ਨਾਲ ਕਰਦਾ, ਚਾਅ ਦੇ ਨਾਲ ਕਰਦਾ। ਜਿਹੜਾ ਚੰਗਾ ਕੰਮ ਹੈ ਉਹ ਆਲਸ ਨਾ ਕਰਦਾ।
ਕੋਈ ਨਹੀਂ ਜੀ, ਬਾਣੀ ਲੰਮੇ ਪੈ ਕੇ ਵੀ ਪੜ੍ਹ ਲਓ, ਕੋਈ ਫਰਕ ਨਹੀਂ ਪੈਂਦਾ। ਦਫ਼ਤਰੀ ਕੰਮ ਉੱਥੇ ਜਾ ਕੇ ਮਾੜੀ ਜੀ ਵੀ ਉਂਘ ਲੱਗ ਜਾਵੇ ਨਾ, ਉਹ ਵਾਲਿਆਂ ਨੂੰ ਬਾਹਰ ਕੱਢ ਦਿੰਦੇ ਆ, ਕਹਿਣਾ ਲੈ ਇੱਥੇ ਸੌਣ ਆਇਆ ਜਾਂ ਕੰਮ ਕਰਨ ਵਾਸਤੇ ਆਇਆ। ਇੱਦਾਂ ਦੇ ਵੀ ਕੰਮ ਨੇ ਜਿੱਥੇ ਬੈਠਣ ਤੱਕ ਨਹੀਂ ਦਿੰਦੇ, ਖੜਿਆਂ ਨੂੰ ਕੰਮ ਕਰਨਾ ਪੈਂਦਾ। ਜੇ ਬਹਿਣ ਦਾ ਕੰਮ ਹੈ ਤਾਂ ਬੈਠ ਕੇ ਕੰਮ ਕਰਨਾ ਪੈਣਾ। ਉੱਥੇ ਰੋਟੀ ਖਾਣ ਲਈ ਵੀ ਟਾਈਮ ਰੱਖਿਆ ਹੋਇਆ, ਵੀ ਇੰਨੇ ਟਾਈਮ ਰੋਟੀ ਖਾਣੀ ਹੈ। ਸੋ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ, ਮਹਾਰਾਜ ਨੇ ਇਹਨੂੰ ਸਰਵ ਸ੍ਰੇਸ਼ਟ ਕੰਮ ਦੱਸਿਆ, ਕਹਿੰਦੇ ਸਭ ਤੋਂ ਉੱਤਮ ਕੰਮ ਹੈ। ਇਸ ਕੰਮ ਨੂੰ ਜਿਹੜਾ ਕਰ ਲੈਂਦਾ ਇੱਥੇ ਵੀ ਸੁਖੀ ਆ, ਪਰ ਲੋਕ 'ਚ ਵੀ ਸੁਖੀ ਆ। ਕਹਿੰਦੇ ਹਲਤ ਪਲਤ ਪ੍ਰਭ ਦੋਏ ਸਵਾਰੇ। ਹੁਣ ਇਹ ਐਡਾ ਕੰਮ ਵਧੀਆ, ਐਡਾ ਕੰਮ ਉਤਮ ਹੈ, ਇਹਨੂੰ ਹੀ ਅਸੀਂ ਆਲਸ ਦੇ ਨਾਲ ਕਰਦੇ ਹਾਂ। ਕੋਈ ਗੱਲ ਨਹੀਂ, ਲੰਮੇ ਪੈ ਕੇ ਪੜ੍ਹ ਲਓ, ਕੋਈ ਫਰਕ ਨਹੀਂ ਪੈਂਦਾ। ਸੋ ਇਸੇ ਤਰ੍ਹਾਂ ਫਿਰ ਗਿਆਨੀ ਲੋਕ ਵੀ ਕਹਿੰਦੇ ਚੱਲ ਪੜ੍ਹੇ ਤਾਂ ਸਹੀ ਗਣ, ਕੋਈ ਗੱਲ ਨਹੀਂ, ਕੋਈ ਨਹੀਂ, ਜੇ ਲੰਮੇ ਪੈ ਕੇ ਪੜ੍ਹੀ ਜਾਓ ਗਣਾ, ਕੋਈ ਫਰਕ ਨਹੀਂ ਪੈਂਦਾ। ਅਤੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਪੁੱਛੋ, ਕਹਿੰਦੇ ਸਾਵਧਾਨ ਹੋਏ ਇਕਾਗਰ ਚੀਤ। ਕਹਿੰਦੇ ਬਾਣੀ ਤਾਂ ਸਾਵਧਾਨ ਹੋ ਕੇ ਪੜ੍ਹੀ ਦੀ ਹੈ, ਸਾਵਧਾਨ ਹੋ ਕੇ ਫਿਰ ਦੇਖੋ ਚਿੱਤ ਇਕਾਗਰ ਹੁੰਦਾ ਹੈ। ਲੰਮੇ ਪੈ ਕੇ ਪੜ੍ਹ ਲਓਗੇ ਤਾਂ ਫਿਰ ਮਾਇਆ ਨੇ ਫਿਰ ਚੁੱਪ ਕਰਕੇ ਲੋਰੀ ਦੇ ਕੇ ਸੁਲਾ ਦੇਣਾ ਇਹਨੂੰ, ਨੀਂਦ ਨੇ ਇਹਨੂੰ ਸੁਲਾ ਹੀ ਦੇਣਾ, ਰਹਿਣ ਦੇ ਬਾਣੀ ਰਹਿਣ ਦੇ, ਭੁੱਲ ਜਾਣਾ ਵੀ ਕਿੱਥੇ ਸੀ ਅਤੇ ਕਿੱਥੇ ਨਹੀਂ। ਆਹ ਕੰਮ ਹੈ। ਕਹਿੰਦੇ ਜਿਹੜਾ ਚੰਗਾ ਕੰਮ ਆ ਨਾ, ਸੋ ਉਹਨੂੰ ਦੌੜ ਕੇ ਕਰਿਆ ਕਰ। ਗੁਣਾ ਕਉ ਧਾਵੋ, ਪਤਾ ਲੱਗੇ ਨਾ ਵੀ ਇੱਥੋਂ ਮੈਨੂੰ ਬਾਣੀ ਦੇ ਅਰਥਾਂ ਦੀ ਸਮਝ ਪੈ ਜਾਣੀ, ਉੱਥੇ ਦੌੜ ਕੇ ਜਾਇਆ ਕਰ, ਉੱਥੇ ਹਿੰਮਤ ਦਿਖਾਇਆ ਕਰ। ਜਿੱਥੇ ਸਤਸੰਗ ਹੈ ਉੱਧਰ ਭੱਜਿਆ ਕਰ, ਨਾਮ ਸਿਮਰਨ ਹੋਣਾ ਵੀ ਚਲੋ ਭੱਜ ਕੇ ਜਾਈਏ। ਸੋ ਫਿਰ ਅਵਗੁਣ ਜਿਹੜੇ ਹੈ ਨਾ ਉਹ ਸ਼ਰਮਿੰਦੇ ਹੀ ਹੋ ਜਾਂਦੇ ਆ। ਅਵਗੁਣ ਵੀ ਸਾਡੀ ਵੱਲ ਤਾਂ ਖਿਆਲ ਹੀ ਨਹੀਂ ਕਰਦਾ, ਸਾਨੂੰ ਤਾਂ ਇਗਨੋਰ ਕਰੀ ਜਾਂਦਾ, ਇਹ ਤਾਂ ਜਾਂਦਾ ਹੀ ਗੁਣਾਂ ਵਾਲੇ ਪਾਸੇ, ਸਾਡਾ ਗਾਹਕ ਹੀ ਨਹੀਂ ਹੈ। ਫਿਰ ਉਹ ਅਵਗੁਣ ਪਿੱਛੇ ਹੀ ਹਟ ਜਾਂਦੇ, ਖਹਿੜਾ ਹੀ ਛੱਡ ਦਿੰਦੇ ਨੇ। ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਕਰ ਅਵਗੁਣ ਪਛਤਾਹੀ ਜੀਓ। ਜੇ ਗੁਣਾਂ ਨੂੰ ਇਕੱਠੇ ਕਰਾਂਗੇ ਪਛਤਾਉਣਾ ਨਹੀਂ ਪਵੇਗਾ, ਅਵਗੁਣ ਇਕੱਠੇ ਕਰਾਂਗੇ ਤਾਂ ਫਿਰ ਪਛਤਾਉਣਾ ਪਵੇਗਾ। ਇਕੱਲਾ ਤੈਨੂੰ ਹੀ ਨਹੀਂ, ਪਰਿਵਾਰ ਕੁੱਲਾਂ ਨੂੰ ਪਛਤਾਉਣਾ ਪਵੇਗਾ, ਕੁੱਲਾਂ ਤਾਂ ਹੀ ਪਛਤਾਉਣਾ ਪੈ ਜਾਂਦਾ। ਇਸ ਕਰਕੇ ਅਵਗੁਣਾਂ ਦਾ ਖਹਿੜਾ ਛੱਡ। ਕਹਿੰਦੇ ਸਾਰੇ ਅਬ ਸਾਰ ਕੀ ਸਾਰ ਨਾ ਜਾਣੈ, ਫਿਰ ਕੀਚ ਬੁੜਾਹੀ ਜੀਓ। ਕੰਮ ਕਰਨ ਯੋਗ ਨਾ ਕਰਨ ਯੋਗ ਪਤਾ ਹੀ ਨਹੀਂ, ਆਹ ਗੱਲ ਕਹਿਣੀ ਹੈ ਜਾਂ ਨਹੀਂ ਕਹਿਣੀ, ਆਹ ਕੰਮ ਕਰਨਾ ਜਾਂ ਨਹੀਂ ਕਰਨਾ, ਆਹ ਖਾਣਾ ਜਾਂ ਨਹੀਂ ਖਾਣਾ। ਹਾਂਜੀ, ਪਿਆ ਧਾਰਮਿਕ ਧਰਮ ਅਨੁਸਾਰ ਖਾਣਾ ਸਹੀ ਹੈ, ਵੈਸ਼ਨੂੰ ਭੋਜਨ। ਅਤੇ ਜਿਹੜੇ ਜੀਵ ਦੇ ਸਵਾਦੀ ਹੁੰਦੇ ਆ, ਮਾਸ ਸ਼ਰਾਬ ਦਾ ਸੇਵਨ ਕਰਨੇ ਵਾਲੇ, ਨਹੀਂ ਕਹਿੰਦੇ ਭੋਜ ਨਹੀਂ ਹੈ। ਸੋ ਪਤਾ ਹੀ ਨਹੀਂ ਭਾਈ, ਇਹ ਮੈਲਾ ਖਾਣ ਡਿਆ ਤਾਂ ਚਿੱਤ ਵੀ ਤਾਂ ਮੈਲਾ ਹੀ ਹੋਣਾ। ਜੇ ਮੈਲਾ ਖਾਵੇਂਗਾ ਚਿੱਤ ਵੀ ਤਾਂ ਮੈਲਾ ਹੀ ਹੋਵੇਗਾ। ਹੁਣ ਖੂਨ ਦਾ ਛਿੱਟਾ ਕੱਪੜੇ 'ਤੇ ਲੱਗ ਗਿਆ ਤਾਂ ਕਹਿੰਦੇ ਕੱਪੜਾ ਅਪਵਿੱਤਰ ਹੋ ਗਿਆ। ਅਤੇ ਜਿਹੜਾ ਸੋ ਤੂੰ ਮੈਲਾ ਖਾਨਾ, ਜਿਹਦਾ ਮਾਸ ਖਾਨਾ, ਅਤੇ ਉਹਦਾ ਫਿਰ ਤੇਰਾ ਦਿਲ ਨਹੀਂ, ਮਨ ਨਹੀਂ ਅਪਵਿੱਤਰ ਹੁੰਦਾ, ਉਹ ਬੜੇ ਸਵਾਦ ਨਾਲ ਖਾ ਜਾਂਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਨੇ ਭਾਈ, ਕਹਿੰਦੇ ਇਹਨੂੰ ਪਤਾ ਹੀ ਨਹੀਂ ਹੈ ਕਰਨਾ ਕੀ ਆ, ਨਹੀਂ ਕਰਨਾ ਕੀ, ਤਿਆਗਣਾ ਕੀ ਆ, ਇਕੱਠਾ ਕੀ ਕਰਨਾ, ਚੰਗਾ ਕੀ ਆ, ਮਾੜਾ ਕੀ ਆ, ਸਾਰਾ ਪਸਾਰ ਕੀ ਸਾਰ ਨਾ ਜਾਣਾ, ਪਤਾ ਹੀ ਨਹੀਂ ਹੈ। ਕਹਿੰਦੇ ਮਾੜਾ ਕਰੀ ਜਾਂਦਾ, ਕੁਸੰਗਤ ਜਿਉ ਮਿਲ ਗਈ, ਫਿਰ ਕੀਚ ਬਡਾਹੀ ਜੀਓ। ਮੁੜ ਕੇ ਚਿੱਕੜ ਦੇ ਵਿੱਚ ਡੁੱਬੀ ਜਾਂਦਾ, ਮੋਹ 'ਚ ਫਸੀ ਜਾਂਦਾ। ਮੋਹ ਦੇ ਵਿੱਚ ਫਸਣੇ ਵਾਲੇ ਕੰਮ ਕਰਦਾ, ਮੋਹ ਦੇ ਵਿੱਚ ਫਸਿਆ ਹੋਇਆ ਕਰਮ ਕਰਦਾ। ਜੇ ਧਾਰਮਿਕ ਕਰਮ ਵੀ ਕਰਦਾ, ਉਹ ਵੀ ਮੋਹ 'ਚ ਫਸਿਆ ਹੋਇਆ। ਹੁਣ ਠੀਕ ਆ, ਪਾਠ ਕਰਨਾ ਚੰਗੀ ਗੱਲ ਹੈ, ਮੰਗਿਆ ਕੀ ਕਾਰੋਬਾਰ ਵਧੀਆ ਹੋ ਜਾਵੇ, ਮੰਗਿਆ ਕੀ ਬੱਚਿਆਂ ਦੀ ਪੜ੍ਹਾਈ ਮੰਗ ਲਈ। ਉਹ ਭਾਈ ਕੋਈ ਆਪਣੀ ਅਵਸਥਾ ਦੀ ਤਾਂ ਗੁਰੂ ਨਾਲ ਗੱਲ ਕਰ, ਗੁਰੂ ਦੇ ਨਾਲ ਆਪਣੇ ਅਵਗੁਣਾਂ ਦੀ ਗੱਲ ਕਰ। ਹੁਣ ਡਾਕਟਰ ਦੇ ਕੋਲ ਆਏ ਆ, ਬਿਮਾਰੀ ਦੀ ਗੱਲ ਤਾਂ ਕਰਨੀ ਹੈ ਨਾ। ਗੁਰੂ ਦੇ ਕੋਲ ਆਏ ਆ, ਗੁਰੂ ਨੂੰ ਕਹਿ ਸਕਦੇ ਮਾਈ ਮਨ ਮੇਰੋ ਬਸ ਨਾਹੀ, ਨਿਸਬਾਸਰ ਵਿਖਿਆਨ ਕੋ ਧਾਵਤ ਕੇ ਵਿਦਰੋ ਕੋ ਤਾਹੇ। ਮੈਂ ਤਾਂ ਯਤਨ ਕਰ ਕਰਕੇ ਹਾਰ ਗਿਆ, ਮਨ ਨਹੀਂ ਰੁਕਦਾ। ਤੁਸੀਂ ਕਹਿੰਦੇ ਮਨ ਨੂੰ ਥਿਰ ਰਕਾਓ, ਮਨ ਥਿਰ ਰਹੋ,
ਮਨ ਟਿਕਾਓ ਫਿਰ ਅੰਮ੍ਰਿਤ ਮਿਲਣਾ। ਇਹ ਤਾਂ ਟਿਕਦਾ ਹੀ ਨਹੀਂ, ਇਹ ਤਾਂ ਦੌੜਾ ਭੱਜਾ ਫਿਰਦਾ। ਆਪਣੀ ਬਿਮਾਰੀ ਦੀ ਗੱਲ ਤਾਂ ਗੁਰੂ ਨਾ ਕਰੀਏ, ਆਪਣੀ ਬਿਮਾਰੀ ਕਦੀ ਦੱਸੀ ਹੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹੈਗੇ ਸੀ ਰੋਗੀ, 5 ਰੋਗਾਂ ਦੇ ਗ੍ਰਸੇ ਹੋਏ ਐ। ਧਾਰਮਿਕ ਕਰਮ ਵੀ ਅਸੀਂ ਮਾਇਆ ਦੇ ਵਿੱਚ ਲਪੇਟੇ ਹੋਏ ਕਰਦੇ ਹਾਂ। ਇਸ ਕਰਕੇ ਫਿਰ ਕੀਚ ਬਡਾਹੀ ਜੀ, ਉਹ ਮੁੜ ਕੇ ਫਿਰ ਮੋਹ ਦੇ ਚਿੱਕੜ ਵਿੱਚ ਹੀ ਫਸ ਜਾਂਦੇ। ਕਹਿੰਦੇ ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵ ਹੋ ਕਾਹੀ ਜੀਓ। ਅੰਦਰ ਮਲੀਨ ਹੈ, ਮੈਲ ਦਾ ਭਰਿਆ ਹੋਇਆ, ਲੋਭੀ ਆ, ਝੂਠ ਬੋਲਦਾ, ਝੂਠੀ ਮਾਇਆ ਨੂੰ ਇਕੱਠਿਆ ਕਰਨ ਵਾਸਤੇ। ਅਤੇ ਬਾਹਰ ਜਿੰਨਾ ਮਰਜ਼ੀ ਨਹਾਈ ਜਾ, ਜਿੰਨੇ ਮਰਜ਼ੀ ਤੀਰਥਾਂ 'ਤੇ ਇਸ਼ਨਾਨ ਕਰ ਲਾ, ਕਹਿੰਦੇ ਕੱਖ ਨਹੀਂ ਬਣਨੇ ਵਾਲਾ। ਕਹਿੰਦੇ ਅੰਤਰ ਮੈਲ 'ਚ ਤੀਰਥ ਨਹਾਵੈ, ਤਿਸ ਵੈਕੁੰਠ ਨਾ ਜਾਨਾ। ਅੰਦਰੋਂ ਮੈਲਾ, ਬਾਹਰੋਂ ਤੀਰਥਾਂ 'ਤੇ ਨਹਾਉਂਦਾ ਫਿਰਦਾ, ਵੈਕੁੰਠ ਚਲ ਜਾਊਗਾ? ਨਹੀਂ ਜਾ ਸਕਦਾ। ਕਹਿੰਦੇ ਨਹੀਂ ਜਾ ਸਕਦਾ। ਅੰਦਰਲੀ ਮੈਲ ਉਹ ਤਾਂ ਸਾਧ ਸੰਗਤ ਰੂਪ ਤੀਰਥ 'ਤੇ ਧੋਤੀ ਜਾਂਦੀ ਹੈ, ਅਤੇ ਹੋਰ ਕਿਤੇ ਉਹ ਧੋਤੀ ਨਹੀਂ ਜਾਂਦੀ ਹੈ। ਸ਼ਬਦ ਦੀ ਵਿਚਾਰ ਦੇ ਨਾਲ ਅੰਦਰ ਤੀਰਥ ਪ੍ਰਗਟ ਹੁੰਦਾ। ਸੁਣਿਆ ਮੰਨਿਆ ਮਨ ਕੀਚੈ, ਭਾਉ ਅੰਤਰਗਤ ਤੀਰਥ ਮਲ ਨਾਉ। ਅੰਦਰ ਉਹ ਤੀਰਥ ਹੈ ਜਿਹਦੇ ਵਿੱਚ ਮਨ ਜਦੋਂ ਨਹਾਉਂਦਾ ਇਹਦੀ ਮੈਲ ਲੈਂਦੀ ਹੈ। ਬਾਹਰਲੇ ਤੀਰਥਾਂ ਤੋਂ ਮਨ ਦੀ ਮੈਲ ਨਹੀਂ ਕਦੀ ਲੈਂਦੀ ਹੈ। ਨਿਰਮਲ ਨਾਮ ਜਪੋ ਸਤਿਗੁਰਮੁਖਾ, ਅੰਤਰ ਕੀ ਗਤ ਤਾਹੀ ਜੀ। ਉਹ ਨਿਰਮਲ ਕਰਨੇ ਵਾਲਾ ਨਾਮ ਗੁਰੂ ਦੁਆਰਾ ਹਮੇਸ਼ਾ ਭਾਈ ਜਪਿਆ ਕਰ। ਗੁਰੂ ਦੇ ਕੋਲ ਹੈ ਨਿਰਮਲ ਨਾਮ। ਗੁਰੂ ਦੇ ਕੋਲ ਉਹ ਨਾਮ ਹੈ ਜਿਹੜਾ ਨਿਰਮਲ ਕਰ ਦਿੰਦਾ। ਫਿਰ ਹੀ ਤੇਰੀ ਅੰਦਰ ਦੀ ਗਤੀ ਹੋਣੀ ਹੈ। ਸੋ ਭਾਵ ਧਿਆਨ ਫੇਰ ਚੱਲਣਾ, ਗਤ ਅਵਸਥਾ ਪ੍ਰਾਪਤ ਹੋਣੀ, ਗਤ ਤੱਤੇ ਨੂੰ ਸਿਆਰੀ। ਸੋ ਅੰਦਰ ਧਿਆਨ ਫੇਰ ਚੱਲਣਾ, ਗਤੀ ਹੋਣੀ ਧਿਆਨ ਦਾ ਚੱਲਣਾ। ਨਹੀਂ ਤਾਂ ਧਿਆਨ ਤਾਂ ਅਟਕਿਆ ਹੋਇਆ ਹੈ। ਧਿਆਨ ਤਾਂ ਮਾਇਆ 'ਚ ਫਸ ਗਿਆ, ਮੋਹ 'ਚ ਫਸ ਗਿਆ ਧਿਆਨ। ਸੋ ਜੇ ਗੁਰੂ ਦੁਆਰਾ, ਮਤਲਬ ਜਿੱਦਾਂ ਗੁਰੂ ਸਤਿਗੁਰੂ ਜੀ ਕਹਿੰਦੇ ਨਾ ਵੀ ਇੱਦਾਂ ਨਾਮ ਜਪਣਾ, ਗੁਰੂ ਦੁਆਰਾ ਨਾਮ ਜਪਣਾ। ਕੀ ਆ ਗੁਰੂ ਦੁਆਰਾ? ਕੀ ਕਹਿੰਦੇ? ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਗੁਰੂ ਆਹ ਕਹਿੰਦੇ ਨੇ ਗੱਲ। ਵਾਸ਼ਨਾ ਤੋਂ ਰਹਿਤ ਹੋ ਕੇ ਉਹਦੀ ਉਸਤਤੀ ਕਰੋ। ਵਾਸ਼ਨਾ ਨਹੀਂ ਰੱਖਣੀ ਕੋਈ। ਨਿਮਖ ਸਿਮਰਤ ਜਿਤ ਛੂਟੈ, ਮਹਾਰਾਜ ਪਾਤਸ਼ਾਹ। ਫਿਰ ਅੰਦਰ ਧਿਆਨ ਚੱਲ ਪੈਂਦਾ। ਫਿਰ ਅੰਦਰੋਂ ਅਵਸਥਾ ਜਿਹੜੀ ਬਣਦੀ ਇਹਦੀ, ਜਿਹੜਾ ਉੱਚੇ ਚੜ੍ਹਨਾ ਅੰਦਰੋਂ ਹੀ ਚੜ੍ਹਦਾ, ਬਾਹਰੋਂ ਥੋੜ੍ਹੀ ਚੜ੍ਹਦਾ। 3 ਗੁਣਾਂ ਤੋਂ ਉੱਪਰ ਹੋ ਗਿਆ, ਉੱਚੇ ਚੜ੍ਹ ਕੇ ਵੇਖਿਆ। ਸੋ ਇਹ ਅਵਸਥਾ ਜਿਹੜੀ, ਇਹ ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪ ਕੇ ਹੀ ਪ੍ਰਾਪਤ ਹੁੰਦੀ ਹੈ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜਿਉ। ਮਹਾਰਾਜ ਕਹਿੰਦੇ ਪਰ ਹਰ ਹੁੰਦਾ ਤਿਆਗ ਕਰ ਦੇਣਾ। ਉਹ ਭਾਈ ਤਿਆਗ ਕਰਦੇ ਲੋਭ ਦਾ, ਨਿੰਦਿਆ ਦਾ। ਇਹਨੂੰ ਕੂੜ ਸਮਝ ਕੇ ਵੀ ਇਹ ਕੂੜ ਕਬਾੜ ਹੈ, ਕੂੜਾ ਕਰਕਟ ਹੈ। ਲੋਭ ਕਰਨਾ ਅਤੇ ਨਿੰਦਿਆ ਕਰਨੀ ਕੂੜਾ ਕਰਕਟ ਹੈ। ਜਿੱਦਾਂ ਕੂੜਾ ਕਰਕਟ ਹੂੰਝ ਕੇ ਬਾਹਰ ਸੁੱਟ ਦਈਦਾ ਨਾ, ਇੱਦਾਂ ਹੀ ਸੋ ਗਿਆਨ ਕੀ ਵੱਢਣੀ ਮਨੋਂ ਹਾਥ ਲੈ। ਉਹ ਗਿਆਨ ਦਾ ਝਾੜੂ ਲੈ, ਮਨ ਦੇ ਹੱਥ ਵਿੱਚ ਫੜਾ ਅਤੇ ਆਹ ਕੂੜ ਕਬਾੜ ਬਾਹਰ ਕੱਢ ਦੇ। ਇੱਥੇ ਉੱਥੇ ਕਾਤਰਤਾ ਕਿਆ, ਕਾਤਰਤਾ ਕੁਤਵਾਰ ਬਹਾਰ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਇਹ ਲੋਭ, ਇੱਕ ਨਿੰਦਾ, ਇਹਨਾਂ ਨੂੰ ਬਾਹਰ ਕੱਢ ਦੇ, ਇਹਨਾਂ ਦਾ ਤਿਆਗ ਕਰ ਦੇ। ਸੱਚ ਗੁਰ ਬਚਨੀ ਫਲ ਪਾਹੀ ਜੀ। ਉਹ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਣਾ ਸ਼ੁਰੂ ਕਰ ਦੇ। ਜੋ ਮਹਾਰਾਜ ਨੇ ਕਹਿ ਦਿੱਤਾ ਨਾ ਸੱਤ ਬਚਨ ਜੀ, ਠੀਕ ਹੈ ਜੀ, ਉਹ 'ਚ ਤਰਕ ਨਾ ਕਰ। ਤਰਕ ਨਾ ਚਾਹ ਭ੍ਰਮੀਆਂ ਚਾਹ, ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਤਰਕ ਨਾ ਕਰ, ਉਹਨੂੰ ਸੱਚ ਕਰਕੇ ਮੰਨ ਲਾ। ਜੋ ਮਹਾਰਾਜ ਨੇ ਕਹਿ ਦਿੱਤਾ, ਜੋ ਲਿਖ ਦਿੱਤਾ, ਠੀਕ ਆ। ਉਹ ਬਚਨਾਂ ਨੂੰ ਮੰਨ ਨਹੀਂ ਹੁੰਦਾ ਹੈ, ਅਤੇ ਪਰ ਭਾਈ ਉਹ ਬਚਨਾਂ 'ਤੇ ਚੱਲਣ ਦੀ ਕੋਸ਼ਿਸ਼ ਤਾਂ ਕਰੀਏ। ਚੱਲ ਨਹੀਂ ਹੋਇਆ, ਮੰਨ ਹੀ ਲਿਆ। ਆ ਮੰਨਣ ਦੀਆਂ 4 ਪੌੜੀਆਂ ਮਹਾਰਾਜ ਨੇ ਲਿਖੀਆਂ ਹੋਈਆਂ। ਮੇਰੇ ਕੋਲ ਚੱਲ ਨਹੀਂ ਹੁੰਦਾ, ਪਰ ਮੈਂ ਮੰਨ ਕੇ ਬੈਠਾ ਵੀ ਸਹੀ ਹੈ, ਫਿਰ ਵੀ ਕਿਰਪਾ ਬਹੁਤ ਹੁੰਦੀ ਹੈ। ਹੁਣ ਚੱਲ ਮੇਰੇ ਕੋਲ ਨਹੀਂ ਹੁੰਦਾ ਅਤੇ ਮੈਂ ਮੰਨਣ ਤੋਂ ਵੀ ਮੁਨਕਰ ਹੋ ਗਿਆ। ਇਹ ਹੋ ਹੀ ਨਹੀਂ ਸਕਦਾ, ਇਹ ਹੋ ਹੀ ਨਹੀਂ ਸਕਦਾ, ਹੈ ਨਾ। ਸੋ ਚੱਲ ਮੇਰੇ ਕੋਲ ਨਹੀਂ ਹੁੰਦਾ,
ਰੱਬ ਨੂੰ ਵੇਖਣ ਵਾਸਤੇ ਜੋ ਮਹਾਰਾਜ ਨੇ ਵਿਧੀ ਵਿਧਾਨ ਦੱਸਿਆ ਨਾ ਵੀ ਅੰਦਰ ਦੇਖਣਾ ਪੈਂਦਾ, ਆਪਣੀ ਜੋਤ ਪਹਿਚਾਨਣੀ ਪੈਂਦੀ ਆ। ਚੱਲ ਮੇਰੇ ਕੋ ਨਹੀਂ ਹੁੰਦਾ, ਆਪਣੀ ਜੋਤ ਦੀ ਮੇਰੇ ਕੋ ਨਹੀਂ ਪਹਿਚਾਣ ਹੁੰਦੀ, ਮੈਂ ਰੱਬ ਤੋਂ ਮੁਨਕਰ ਹੋ ਜਾਵਾਂ। ਰੱਬ ਤਾਂ ਹੈ ਹੀ ਨਹੀਂ, ਹੋਵੇ ਤਾਂ ਦਿਸੇ ਨਾ। ਕਸੂਰ ਤਾਂ ਮੇਰੇ 'ਚ ਹੈ, ਮੈਂ ਪਹੁੰਚ ਨਹੀਂ ਸਕਦਾ। ਮੇਰੇ ਕੋ ਉਹ ਅੰਦਰਲੇ ਪੈਰ ਨਹੀਂ ਮੇਰੇ ਮੈਨੂੰ ਮਿਲੇ, ਉਹ ਮੈਨੂੰ ਨੇਤਰ ਨਹੀਂ ਮਿਲੇ, ਉਹ ਹੱਥ ਨਹੀਂ ਮਿਲੇ। ਇਸ ਕਰਕੇ ਰੋਲਾ ਟੁੰਡਲਾ ਅੰਧਲਾ ਕਿਉਂ ਗੱਲ ਲੱਗੇ ਤਾਂ ਹੈ। ਪਿੰਗਲੇ ਤਾਂ ਅਸੀਂ ਆਪ ਹੈ, ਕਿਵੇਂ ਚੱਲ ਸਕਦੇ ਹਾਂ? ਚੱਲੇ ਨਹੀਂ ਸਕਦੇ, ਅੰਨੇ ਆ ਹਮ ਅੰਧਲੇ, ਅੰਧ ਵਿਖਿਆ ਵਿਖਰਾਤੀ। ਗਿਆਨ ਦਾ ਨੇਤਰੀ ਹੈ ਨਹੀਂ ਸਾਡੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਭਾਈ ਗੁਰੂ ਕੇ ਪਿਆਰਿਓ, ਸੋ ਇਹਨਾਂ ਦਾ ਚੀਜ਼ਾਂ ਦਾ ਤਿਆਗ ਕਰਦੇ ਨਾ, ਲੋਭ ਦਾ, ਨਿੰਦਿਆ ਦਾ, ਇਹਨੂੰ ਕੂੜ ਕਮਾੜ ਸਮਝ ਕੇ ਛੱਡ ਦੇ ਅਤੇ ਗੁਰੂ ਦੇ ਬਚਨਾਂ ਨੂੰ ਸੱਚ ਗੁਰ ਬਚਨੀ, ਗੁਰੂ ਦੇ ਬਚਨਾਂ ਨੂੰ ਸੱਤ ਮੰਨ। ਅਤੇ ਜਿਹਨੇ ਗੁਰੂ ਦੇ ਬਚਨ ਨੂੰ ਮੰਨ ਲਿਆ, ਮਹਾਰਾਜ ਕਹਿੰਦੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਲ। ਜਿਹੜੇ ਗੁਰੂ ਬਚਨ ਨੂੰ ਮੰਨ ਜਾਂਦੇ ਨੇ ਅਤੇ ਮਹਾਰਾਜ ਉਹਨਾਂ ਨੂੰ ਡੁੱਬਣ ਦਿੰਦੇ ਕਦੀ ਵੀ ਨਹੀਂ। ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨ ਲਿਆ, ਉਹਨਾਂ ਨੂੰ ਗਿਆਨ ਦਾ ਫਲ ਮਿਲਣਾ, ਫਲ ਪਾਹੀ ਜੀਓ, ਉਹ ਫਲ ਪ੍ਰਾਪਤ ਕਰ ਜਾਂਦੇ ਨੇ। ਕਹਿੰਦੇ ਜਿਉਂ ਭਾਵੈ ਤਿਉਂ ਰਾਖੋ ਹਰਿ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸੋ ਜਿੱਦਾਂ ਵੀ ਹੋਵੇ ਸੱਚੇ ਪਾਤਸ਼ਾਹ ਤੂੰ ਮੈਨੂੰ ਰੱਖ ਲੈ, ਹੈ ਨਾ। ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮੈਨੂੰ ਤੂੰ ਰੱਖ ਲੈ, ਆਪਣਾ ਸੇਵਕ ਬਣਾ ਕੇ ਆਪਣੀ ਬੰਦਗੀ ਕਰਾ ਲੈ। ਜਾਂ ਇੰਝ ਕਹਿ ਲਈਏ, ਜਿਹੜੇ ਉਹਦੀ ਸ਼ਰਨ ਵਿੱਚ ਆ ਕੇ ਉਹਦੀ ਸ਼ਰਨ ਆ ਜਾਂਦੇ ਨੇ ਅਤੇ ਸ਼ਬਦ ਦੇ ਨਾਲ ਜੁੜਦੇ ਨੇ, ਸਿਫਤ ਸਲਾਹ ਕਰਦੇ ਨੇ, ਬੰਦਗੀ ਕਰਦੇ, ਬਾਣੀ ਪੜ੍ਹਨੀ ਸੁਣਨੀ ਵਿਚਾਰਨੀ, ਅਤੇ ਪਰਮਾਤਮਾ ਫਿਰ ਜਿੱਦਾਂ ਉਹਨੂੰ ਭਾਉਂਦਾ ਰੱਖ ਲੈਂਦਾ, ਉਹਨੂੰ ਫਿਰ ਡੋਲਣ ਨਹੀਂ ਦਿੰਦਾ। ਉਹਨੂੰ ਇਸ ਲੋਕ ਵਿੱਚ ਵੀ ਰੱਖਦਾ ਅਤੇ ਪਰਲੋਕ ਵਿੱਚ ਵੀ ਰੱਖ ਲੈਂਦਾ। ਪਰ ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ, ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ ਜੀ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਥਾਂ ਪਾਇਆ ਸਹਿਜ ਛੇਤੀ ਮਨ ਮਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੂਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਤੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਹੋ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ, ਤਿਤ ਕਰ ਅਨਹਦ ਵਾਜੇ। ਅਨਸਣੋ ਬੜ ਭਾਗਿਆ, ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਪਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ